ਜਿਹੜੀ ਜ਼ਿਆਦਤੀ ਭਾਜਪਾ ਕਰ ਰਹੀ ਹੈ ਅਡਾਨੀ ਨੂੰ ਬਚਾਉਣ ਲਈ। ਲੇਕਿਨ ਉਸ ਤੋਂ ਵੀ ਇੱਕ ਪਹਿਲਾਂ ਕੱਲ ਜਿਹੜਾ ਗਵਰਨਰ ਸਾਹਿਬ ਨੇ ਜਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਅਫੇਅਰਸ 'ਚ ਇੰਟਰਫੇਅਰ ਕੀਤਾ ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਜਾਣੂ ਕਰਾਉਣਾ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਿ ਅੰਡਰ ਆਰਟੀਕਲ 157 ਗਵਰਨਰ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਤੋਂ ਜਵਾਬ ਤਲਬੀ ਕਰ ਸਕਦੇ ਆ। ਲੇਕਿਨ ਮੈਂ ਗਵਰਨਰ ਸਾਹਿਬ ਨੂੰ ਇੱਥੇ ਦਰੁਸਤ ਕਰਨਾ ਚਾਹੂੰਗਾ, not only honorable governor, even ਮਾਨਯੋਗ ਮੁੱਖ ਮੰਤਰੀ ਪੰਜਾਬ both are accountable for the Constitution of India। ਕਿਸੇ ਇੰਡੀਵਿਜੂਅਲ ਦੇ ਵਾਸਤੇ ਕੋਈ ਜਵਾਬਦੇਹ ਨਹੀਂ ਹੈ। ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਹੈ ਐਂਡ ਗਵਰਨਰ ਸਾਹਿਬ will act on the aid and advice council of ministers। ਗਵਰਨਰ ਸਾਹਿਬ ਨੂੰ ਇਹ ਆਰਟੀਕਲ 163 ਕਹਿੰਦਾ ਹੈ। ਇਹ ਗੱਲ ਮੈਂ ਮੰਨਦਾ ਉਹਨਾਂ ਦੀ ਕਿ ਆਰਟੀਕਲ 157 ਦੇ ਹਿਸਾਬ ਨਾਲ ਉਹਨਾਂ ਨੇ ਕਹਿਤਾ ਕਿ ਸੀਐਮ ਸਾਹਿਬ ਅਕਾਊਂਟੇਬਲ ਹੈ। ਲੇਕਿਨ ਮੈਂ ਉਹਨਾਂ ਨੂੰ ਦਰੁਸਤ ਕਰਾਂ, ਪਹਿਲੀ ਗੱਲ ਤੇ ਮੁੱਖ ਮੰਤਰੀ ਜੀ ਹੋਣ ਚਾਹੇ ਗਵਰਨਰ ਸਾਹਿਬ ਹੋਣ, both are accountable for the Constitution of India। Secondly, under article 163 governor ਸਾਹਿਬ will act on the aid and advice council of ministers। ਗਵਰਨਰ ਸਾਹਿਬ ਮੋਰਲ ਹੈਡ ਹੈ। ਗਵਰਨਰ ਸਾਹਿਬ ਨੂੰ ਕੋਈ ਇਸ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ਔਰ ਖਾਸ ਕਰ ਡੇ ਟੂ ਡੇ ਅਫੇਅਰਸ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ। ਔਰ ਮੈਂ ਜ਼ਿਕਰ ਕਰੂੰਗਾ ਇੱਥੇ ਇੱਕ ਕੇਸ ਹੈ ਸ਼ਮਸ਼ੇਰ ਸਿੰਘ ਵਰਸਸ ਸਟੇਟ ਆਫ ਪੰਜਾਬ। ਸੁਪਰੀਮ ਕੋਰਟ ਨੇ ਇੱਥੇ ਬੜਾ ਕਲੈਰੀਫਾਈ ਕੀਤਾ ਔਰ ਸਪਿਰਿਟ ਆਫ ਕਨਸਟੀਟਿਊਸ਼ਨ ਵੀ ਇਹ ਕਹਿੰਦੀ ਆ ਗਵਰਨਰਸ ਰੋਲ ਇਜ਼ ਅਸਿਸਟ ਟੂ ਚੀਫ ਮਿਨਿਸਟਰ ਆਫ ਸਟੇਟ ਐਂਡ ਡਰਾਫਟਿੰਗ ਕਮੇਟੀ ਸੀ ਜਿਹੜੀ ਸਾਡੀ ਕਨਸਟੀਟਿਊਸ਼ਨ ਦੀ ਔਰ ਉਹਦੇ ਹੈੱਡ ਸੀ ਡਾਕਟਰ BR ਅੰਬੇਡਕਰ ਸਾਹਿਬ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਆਜ਼ਾਦੀ ਦੇ ਦੌਰਾਨ ਸੰਵਿਧਾਨ ਦਾ ਨਿੱਘ ਮਾਣ ਰਹੇ ਹਾਂ। ਅੰਬੇਡਕਰ ਸਾਹਿਬ ਨੇ ਡਰਾਫਟਿੰਗ ਕਮੇਟੀ 'ਚ ਕਿਹਾ the drafting committee felt as everybody in the house knows that the governor is not to have any kind of function, to use a similar phraseology, no function which is required to discharge either in his discretion or in his individual judgment according to the principle of constitution। ਇਹ ਗੱਲ ਨੋਟ ਕਰਨ ਵਾਲੀ ਆ। ਅੰਬੇਡਕਰ ਸਾਹਿਬ ਇਹ ਗੱਲ ਕਹਿ ਰਹੇ ਆ ਅਕੋਰਡਿੰਗ ਟੂ ਦਾ ਪ੍ਰਿੰਸੀਪਲ ਆਫ ਦਾ ਕਨਸਟੀਟਿਊਸ਼ਨ ਹੀ ਇਜ਼ ਰਿਕੁਆਇਰਡ ਟੂ ਫੋਲੋ ਦਾ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਇਹ ਡੈਮੋਕ੍ਰੇਸੀ ਹੈ, ਇਹ ਪ੍ਰਜਾਤੰਤਰ ਹੈ। ਇੱਕ ਬੜਾ ਵੱਡਾ ਸਵਾਲ ਹੈ ਮੇਰਾ ਬੀਜੇਪੀ ਨੂੰ ਔਰ ਗਵਰਨਰ ਸਾਹਿਬ ਨੂੰ, ਜਿੱਥੇ ਨੌਨ ਬੀਜੇਪੀ ਸਰਕਾਰ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪੰਜਾਬ ਨੂੰ ਛੱਡ ਦਿਓ ਤੁਸੀਂ, ਇਹ ਕਹਿੰਦੇ ਦਿੱਲੀ ਨੂੰ ਵੀ ਮੈਂ ਛੱਡਿਆ। ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਔਰ ਪੰਜਾਬ ਸਰਕਾਰ ਹੈ ਨਾ। ਵੈਸਟ ਬੰਗਾਲ ਕਿਹੜੀ ਸਾਡੀ ਸਰਕਾਰ ਹੈ, ਕੇਰਲਾ ਕਿਹੜੀ ਸਾਡੀ ਸਰਕਾਰ ਹੈ, ਤਾਮਿਲਨਾਡੂ ਕਿਹੜੀ ਸਾਡੀ ਸਰਕਾਰ ਹੈ ਔਰ ਮਹਾਰਾਸ਼ਟਰ 'ਚ ਜਿਹੜੇ ਗਵਰਨਰ ਹੁਣ ਹਟਾਏ ਗਏ ਆ ਉੱਥੇ ਸਰਕਾਰ ਨੇ ਖੁਸ਼ੀ ਮਨਾਈ ਹੈ। ਇਹ ਵੱਡਾ ਸਵਾਲ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਔਰ ਗਵਰਨਰ ਸਾਹਿਬ ਨੂੰ ਮੇਰਾ ਕਿ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਹੈ ਉੱਥੇ ਹੀ ਗਵਰਨਰ ਇਸ ਤਰ੍ਹਾਂ ਦੀ ਇੰਟਰਫੇਅਰ ਕਿਉਂ ਕਰ ਰਿਹਾ ਐਂਡ ਡੇ ਟੂ ਡੇ ਅਫੇਅਰਸ। ਕੀ ਪੰਜਾਬ ਦੇ ਬੱਚਿਆਂ ਨੂੰ, ਕੀ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਦੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ? ਕੀ ਗੁਨਾਹ ਕੀਤਾ ਮੁੱਖ ਮੰਤਰੀ ਜੀ ਨੇ? ਜੇ ਅੱਜ ਸਿੰਗਾਪੁਰ ਦੁਨੀਆ 'ਚ ਮੰਨਿਆ ਪ੍ਰਮੰਨਿਆ ਸਟੱਡੀ ਦਾ ਹੱਬ ਹੈ, ਵਰਲਡ ਸਤਰ ਦੀ ਐਜੂਕੇਸ਼ਨ ਉੱਥੇ ਪੜ੍ਹਾਈ ਜਾਂਦੀ ਦਿੱਤੀ ਜਾਂਦੀ ਆ, ਜੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਪੰਜਾਬ ਦੇ ਟੀਚਰ ਸਾਹਿਬਾਨਾਂ ਨੂੰ, ਪੰਜਾਬ ਦੇ ਬੱਚਿਆਂ ਦਾ ਸਿੱਖਿਆ ਦਾ ਪੱਧਰ ਦੁਨੀਆ ਦੇ ਸਤਰ ਤੇ ਲਿਜਾਣ ਵਾਸਤੇ ਜੇ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਕੀਤਾ ਆ ਤੇ ਇਹ 'ਚ ਕਿਹੜਾ ਗੁਨਾਹ ਕੀਤਾ? ਕੀ ਅਨਕਨਸਟੀਟਿਊਸ਼ਨਲ ਹੈ? ਕੀ ਅਸੰਵਿਧਾਨਿਕ ਹੈ?
दूजी गल, क्या पंजाब दे वो गरीब बच्चे, अज का ही मैं आर्टिकल अज ही दिखा देना, अज ही खबर लगियां कई इंग्लिश न्यूज़ पेपरों च, दिल्ली सरकार अरविंद केजरीवाल जी की अगवाई च JEE, IIT, UPSC, IIM, जिथे रेहड़ी वाले, अपने रिक्शे वाले, दिहाड़ीदार मजदूरों के बच्चे ये एग्जाम च कंपीट कर रहे हैं, पास कर रहे हैं। और अज का मैं तुहानूं एग्जाम्पल दे रहा, डिसेबल बच्चे जिहड़े अखां चों देख नहीं सकते सी, अरविंद केजरीवाल जी के स्कूलों च पढ़ के JEE जिहड़ा एग्जाम पास किया, उन्होंने टॉप किया है। क्या पंजाब के बच्चों को अधिकार नहीं है? क्या पंजाब के बच्चे अच्छी एजुकेशन नहीं लै सकते? और ये की अज तक किहड़े स्टेट इस तरीके नाल इंटरफेयर किया? गवर्नर ने मैनूं एग्जाम्पल दस देण, पंजाब च कदों इस तरीके नाल डे टू डे अफेयर च सरकार दे गवर्नर जिहड़ा है वो इंटरफेयर करता है? पंजाब एग्रीकल्चर यूनिवर्सिटी की एक ऑटोनमी है, ऑटोनोमस बॉडी है। उस ऑटोनोमी बॉडी ने एक उगे साइंटिस्ट नूं जे वाइस चांसलर लाता तो गवर्नर साहब नूं काहदी तकलीफ हुई? कि गवर्नर साहब जवाब दे नहीं है पंजाब के लोगों को? जे गवर्नर साहब ने राजनीति करनी है, मैं बड़ा स्पष्ट कहना है, गवर्नर साहब इलैक्टोरल पॉलिटिक्स च आ जाओ, ये बिहाइंड द कर्टन इस तरीके नाल असीं जरांगे नहीं। पंजाब के लोगों ने इस संविधान वास्ते, इस आज़ादी का निग मानने वास्ते सब तो वध कुर्बानियां दित्तियां। असीं कुर्बानी का, असीं आज़ादी का, असीं संविधान का महत्व जिहड़ा है वो समझते और जानते हैं। इस करके इस तरीके नाल जिहड़ा तानाशाही फरमान जिहड़ा आखे जी इन्हां ने फलाने अफसर नूं प्रमोट करता, इन्हां ने जी फलाने अफसर नूं उत्थे ड्यूटी लगाती, फलाना कमिश्नर लगाता। मैं गवर्नर साहब नूं तुहाडे राही सवाल करदा, जिहड़ा बंदा अक्यूज्ड है, ही इज नॉट कन्विक्टेड। क्या जिहड़ा गवर्नर साहब को कोई अथॉरिटी है किसी बंदे ते अगर कोई झूठे सच्चे एलीगेशन ला के उन्होंने कन्विक्ट साबित कर दें? पंजाब सरकार ने ड्यू प्रोसेस फॉलो किया है, जिहड़े अफसर की अपॉइंटमेंट की, जिहड़े चेयरमैन की अपॉइंटमेंट की। तुसीं कौन होने हो किसी भी बंदे ते एलीगेशन के आधार पर जुर्म साबित करने वाले? क्या गवर्नर साहब को यह कोई अधिकार है? इत्थे देश की सरकार, भाजपा की सरकार, मोदी साहब की कैबिनेट 'च बंदे बैठे आ जिन्हां दे बच्चों ने दिन दिहाड़े किसानों का कतलेआम किया है। अज तक मोदी साहब ने उन्होंने कैबिनेट चो बाहर नहीं किया। यह की तरीका है? इस करके गवर्नर साहब नूं संविधान की मर्यादावां, जिहड़ा साडा एक शिष्टाचार है, जिहड़ा साडा एक तरीका है स्टेट नूं चलाउण दा, उहदा सत्कार करना चाहिए है। और ये कह रहे जी आखिर CM साहब ने ट्वीट करके आंसर दिता है, सवालों का जवाब दिता है, तो गवर्नर साहब ने जिहड़ा मीडिया चिट्ठी भेज के केड़ी पद्धति अपनाई है? दसो, ये केड़ी रीत अपनाई है गवर्नर साहब ने? कि गवर्नर साहब चीफ मिनिस्टर ऑफिस नाल गलबात नहीं कर सकते सी? देखो ये गल बड़ी स्पष्ट है, पंजाब के लोग देख रहे हैं कि भाजपा जिथे जिथे इन्हां दीयां सरकारां नहीं बनदियां, जिथे जिथे इन्हां नूं लोक नकार दिंदे आ, जिथे जिथे ये डेमोक्रेटिकली इग्नोर किए जाते हैं, उत्थे इसे तरीके नाल तानाशाही रूप अख्तियार करते हैं। आपां रिसेंटली देख लो दिल्ली च सब तो वड्डी पार्टी के रूप च आम आदमी पार्टी कारपोरेशन जीती है। लगातार 3 वार तो मेयर का जिहड़ा इलैक्शन है वो पोस्टपोन किया जा रहा है। ये जैती नहीं है, ये अनकॉन्स्टिट्यूशनल है। इस तरीके नाल देश नहीं चलूगा कि जे तुहानूं लोकां ने बहुमत नहीं दिता ते तुसीं अपने जिहड़े गवर्नर साहबान है, लैफ्टिनेंट गवर्नर साहबान है, उन्हां दा मिसयूज करके उन्हां दी पावरां दा एक चुनी हुई सरकार के कामकाज दखलअंदाजी दोगे, बिल्कुल बर्दाश्त नहीं करांगे। और ये जिहड़ी रीत जिहड़ी अपना गवर्नर साहब अपना रहे हैं, ये डेमोक्रेसी लई, प्रजातंत्र लई, कॉन्स्टिट्यूशन की स्पिरिट लई मैं सब तो वड्डी गल इत्थे कहना चाहुंदा कि स्पिरिट ऑफ कॉन्स्टिट्यूशन समझो। अगर जे गवर्नरां ने ही देश चलाउणा सी ते फिर आजादी वास्ते इन्नियां कुर्बानियां करन दी की लोड़ सी? गवर्नर पैरलर सरकार नहीं चला सकते। गवर्नर इज ए कॉन्स्टिट्यूशनल हैड, असीं जानते हैं, लेकिन डे टू डे अफेयर्स दखलअंदाजी बिल्कुल नहीं कर सकते। यह भी साडा संविधान उहदी स्पिरिट कहंदी है। संविधान ने ही जिहड़ी काउंसिल ऑफ मिनिस्टर्स है, कैबिनेट है, जिहदे हैड चीफ मिनिस्टर है, उन्होंने इंपावर किया है अंडर आर्टिकल 163।
ਆ ਦੇਖ ਰਹੇ ਆਪਾਂ ਜਿਸ ਤਰੀਕੇ ਨਾਲ ਅਡਾਨੀ ਨੇ ਦੇਸ਼ ਦਾ ਸਤਿਆਨਾਸ਼ ਕੀਤਾ ਹੈ, ਔਰ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ। ਤਕਲੀਫ ਇਹ ਆ, ਮੇਰੇ ਨਾਲ ਡਾਕਟਰ ਸੰਨੀ ਆਹਲੂਵਾਲੀਆ ਜੀ ਬੈਠੇ ਆ ਸਾਡੇ, ਇਹਨਾਂ ਦੀ ਅਗਵਾਈ 'ਚ, ਹਰਚੰਦ ਬਰਸਟ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ 2 ਦਿਨ ਪਹਿਲਾਂ ਚੰਡੀਗੜ੍ਹ 'ਚ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ। ਮੈਂ ਇਹਨਾਂ ਨੂੰ ਕਹੂੰਗਾ ਐਕਸਪਲੇਨ ਕਰਨਗੇ ਕਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ ਗਵਰਨਰ ਸਾਹਿਬ ਦੀ ਪੁਲਿਸ ਨੇ ਸਾਡੇ ਤੇ ਅਤਿਆਚਾਰ ਕੀਤਾ। ਡਾਕਟਰ ਸਾਹਿਬ ਥੋੜਾ ਐਕਸਪਲੇਨ ਕਰੋ। ਧੰਨਵਾਦ ਕੰਗ ਸਾਹਿਬ। ਦੇਖੋ, ਪਰਸੋਂ ਆਲ ਓਵਰ ਇੰਡੀਆ 'ਚ ਆਮ ਆਦਮੀ ਪਾਰਟੀ ਨੇ ਅਵੇਅਰਨੈਸ ਸਪਰੈਡ ਕਰਨ ਲਈ ਕਿ ਗੌਤਮ ਅਡਾਨੀ ਨੂੰ ਕਿਵੇਂ ਮੋਦੀ ਸਰਕਾਰ ਸਪੋਰਟ ਕਰ ਰਹੀ ਹੈ, ਔਰ ਇੰਨੀਆਂ ਚੀਜ਼ਾਂ ਐਕਸਪੋਜ਼ ਹੋਣ ਦੇ ਬਾਵਜੂਦ ਵੀ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਵੀ ਸਟੇਟਮੈਂਟ ਨਹੀਂ ਆਈ। ਕਈ ਫੋਟੋਆਂ ਤੁਸੀਂ ਦੇਖੀਆਂ, ਕਦੀ ਮੋਦੀ ਸਾਹਿਬ ਉਹਨਾਂ ਦੇ ਜਹਾਜ਼ 'ਚ ਹੁੰਦੇ, ਕਦੀ ਉਹ ਮੋਦੀ ਸਾਹਿਬ ਦੇ ਜਹਾਜ਼ 'ਚ ਹੁੰਦੇ। ਤੇ ਇਹ ਜਿਹੜਾ ਇਹਨਾਂ ਦਾ ਕੰਪਨਸੇਸ਼ਨ ਬਣਿਆ ਹੋਇਆ ਸੀਗਾ, ਜਿਹਨੂੰ ਕੰਪਨਸੇਟ ਕਰਨ ਲਈ ਇੱਕ ਹੀ ਬੰਦੇ ਨੂੰ ਬਾਰ-ਬਾਰ ਇੰਪਰੂਵ ਕੀਤਾ ਗਿਆ, ਉਹਦੀ ਕਹਿੰਦੇ ਆ ਕਿ ਵੀ 37,000 ਕਰੋੜ ਤੋਂ ਕਿੱਥੇ ਅੱਜ 13 ਲੱਖ ਕਰੋੜ ਜਿੰਨੀ ਉਹਦੀ ਜਾਇਦਾਦ ਵਧਾ ਦਿੱਤੀ ਗਈ। ਉਹ ਕਿਉਂ ਸਪੋਰਟ ਕਰਿਆ ਜਾ ਰਿਹਾ? ਜਿਹੜੇ ਦੇਸ਼ 'ਚ, ਆਪਣੇ ਦੇਸ਼ 'ਚ ਤਾਂ ਪ੍ਰਮੋਟ ਕਰਦੇ ਰਹੇ ਆ, ਜਿਹੜੇ ਦੇਸ਼ 'ਚ ਵੀ ਜਾਂਦੇ ਸੀ ਉੱਥੇ ਨਾਲ ਅਡਾਨੀ ਨੂੰ ਲੈ ਕੇ ਜਾਂਦੇ ਸੀ ਤਾਂ ਕਿ ਉਹਨੂੰ ਪ੍ਰਮੋਟ ਕੀਤਾ ਜਾਏ। ਸਭ ਤੋਂ ਪਹਿਲਾਂ ਪੂਰੇ ਦੇਸ਼ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਕਾਂਗਰਸ ਆਪਣੇ ਰਿਸ਼ਤੇਦਾਰਾਂ ਨੂੰ ਅਮੀਰ ਕਰਦੀ ਹੈ, ਮੋਦੀ ਸਰਕਾਰ ਆਪਣੇ ਯਾਰਾਂ ਦੋਸਤਾਂ ਨੂੰ ਅਮੀਰ ਕਰਦੀ ਹੈ। ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਜਨਰਲ ਲੋਕਾਂ ਦੀ ਗੱਲ ਕਰਦੀ ਹੈ, ਆਮ ਬੰਦੇ ਦੀ ਗੱਲ ਕਰਦੀ ਹੈ। ਉਹਦੇ ਤਹਿਤ ਇੱਕ ਪ੍ਰੋਟੈਸਟ ਕੀਤਾ ਗਿਆ, ਔਰ ਗੌਤਮ ਅਡਾਨੀ ਦੀ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਨੂੰ ਘਿਰਾਵ ਕੀਤਾ ਗਿਆ। ਉਹ ਇਸ ਲਈ ਕੀਤਾ ਗਿਆ ਕਿ ਜਿੰਨੇ ਵੀ ਪੈਸੇ ਕਮਾਉਂਦੇ ਹੈ ਭਾਰਤੀ ਜਨਤਾ ਪਾਰਟੀ ਨੂੰ ਡਿਫਰੈਂਟ ਟਾਈਪ ਦੇ ਫੰਡ ਦਿੱਤੇ ਜਾਂਦੇ। ਇਹਨਾਂ ਦੀ ਜਿਹੜੀ ਜਦ ਇੱਕ ਅਮਰੀਕਨ ਏਜੰਸੀ ਨੇ ਇਹਨੂੰ ਐਕਸਪੋਜ਼ ਕੀਤਾ, ਪੂਰੇ ਦੇਸ਼ ਦੇ ਅੰਦਰ ਰੌਲਾ ਪਿਆ, ਪੂਰੇ ਵਿਦੇਸ਼ਾਂ 'ਚ ਰੌਲਾ ਪਿਆ ਕਿ ਕਿਵੇਂ ਮੌਰੀਸ਼ੀਅਸ 'ਚ ਜਾ ਕੇ 38 ਕੰਪਨੀਆਂ ਪ੍ਰਮੋਟ ਕਰਦੀਆਂ ਅਡਾਨੀ ਗਰੁੱਪ ਨੂੰ, ਔਰ ਕਿਸ ਹਿਸਾਬ ਨਾਲ ਇਹ ਐਕਸਪੋਜ਼ ਹੋਇਆ। ਜਦ ਅਸੀਂ ਦੇਸ਼ ਦੇ ਅੰਦਰ ਪ੍ਰੋਟੈਸਟ ਕੀਤਾ ਤੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਜਦ ਅਸੀਂ ਘਿਰਾਵ ਕਰਨ ਗਏ, ਤੇ ਜਿਹੜੀ ਚੰਡੀਗੜ੍ਹ ਪੁਲਿਸ ਹੈ, ਜਿਹੜੀ ਕਿ ਗਵਰਨਰ ਸਾਹਿਬ ਦੇ ਅੰਡਰ ਆਉਂਦੀ ਹੈ, ਜਿਹੜੀ ਕਿ ਐਡਮਿਨਿਸਟ੍ਰੇਟਰ ਦੇ ਅੰਦਰ ਆਉਂਦੀ, ਇੰਨੀ ਬੁਰੀ ਤਰ੍ਹਾਂ ਸਾਡੇ ਯੂਥ ਦੇ ਬੈਠੇ ਨੇ ਬੋਰਡ ਦੇ ਚੇਅਰਮੈਨ, ਇਹਨਾਂ ਦੇ ਹੱਥ ਤੋੜਿਆ ਗਿਆ। ਇੱਧਰ ਰਾਜਗਿੱਲ ਮੈਡਮ ਬੈਠੀ ਹੈ, ਇਹਨਾਂ ਦਾ ਹੱਥ ਤੋੜਿਆ ਗਿਆ। ਸਾਡੀ ਪ੍ਰਭਜੋਤ ਕੌਰ ਮੈਡਮ ਬੈਠੀ ਹੈ, ਇਹਨਾਂ ਦੇ ਉੱਤੇ ਡੰਡੇ ਵਸਾਏ ਗਏ। ਸਾਡੇ ਸਾਰਿਆਂ ਦੇ ਉੱਤੇ ਡੰਡੇ ਮਾਰਨ ਤੋਂ ਬਾਅਦ ਇੰਨੇ ਬੁਰੇ ਤਰੀਕੇ ਨਾਲ ਬੈਰੀਕੇਡਿੰਗ ਖੋਲ ਕੇ ਸਾਡੇ ਉੱਤੇ ਡੰਡੇ ਮਾਰੇ ਗਏ ਬੁਰੀ ਤਰ੍ਹਾਂ, ਔਰ ਤੁਸੀਂ ਸਾਰਿਆਂ ਨੇ ਉਹ ਕਵਰ ਕੀਤਾ। ਕਿਸ ਹਿਸਾਬ ਨਾਲ ਸਾਡੇ ਜ਼ਿਆਦਾ 22 ਬੰਦੇ ਸਾਡੇ ਇੰਜਰਡ ਹੋਏ ਉਸ ਦਿਨ, 22 ਪੀਪਲ ਵਰ ਇੰਜਰਡ ਔਨ ਦੈਟ ਡੇ, ਔਰ ਉਸ ਦੇ ਬਾਵਜੂਦ ਸਾਡੇ ਅਗੇਂਸਟ ਇਹ ਜਿਹੜੀ ਲੀਗਲ ਫੋਰਸ ਹੈਗੀ ਹੈ ਉਹ ਸਾਡੇ ਅਗੇਂਸਟ FIR ਕਰਦੀ ਹੈ, ਔਰ ਉਸ FIR ਦੇ ਅੰਦਰ ਕੀ ਲਿਖਦੀ ਹੈ ਕਿ ਇਹਨਾਂ ਨੇ ਪੁਲਿਸ ਨੂੰ ਮਾਰਿਆ। ਤੁਸੀਂ, ਤੁਹਾਡੇ ਕੈਮਰੇ ਨੇ ਸਭ ਕੁਝ ਰਿਕਾਰਡ ਕੀਤਾ, ਪੂਰੇ ਦੇਸ਼ 'ਚ ਪ੍ਰੋਟੈਸਟ ਹੋਇਆ, ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹਰ ਇੱਕ ਜਗ੍ਹਾ ਤੇ ਕੁੱਟਿਆ ਗਿਆ, ਔਰ ਉਸ ਦੇ ਬਾਵਜੂਦ ਇਹ FIR, ਔਰ FIR ਦੇ ਅੰਦਰ ਇਹੋ ਜਿਹੇ ਦਫਾ ਲਿਖਿਆ ਕਿ ਸਾਨੂੰ ਹੁਣ ਨਾਨ ਬੇਲੇਬਲ ਉਹਨਾਂ ਨੇ FIR ਲਾਂਚ ਕਰਤੀ ਸਾਡੇ ਅਗੇਂਸਟ, ਔਰ ਕਹਿੰਦੇ ਕਿ ਇਹਨਾਂ ਨੇ ਸਾਰਾ ਕੁਝ ਇਲੀਗਲ ਕੀਤਾ। ਲੀਗਲ ਫੋਰਸ ਉਹ ਹੈ ਔਰ ਇਲੀਗਲ ਕੰਮ ਉਹ ਕਰਦੇ ਰਹੇ। ਡੰਡੇ ਸਾਡੇ ਬੰਦਿਆਂ ਤੇ ਮਾਰੇ, ਫ੍ਰੈਕਚਰ ਸਾਡੇ ਹੋਏ। ਸਾਨੂੰ ਦੱਸੋ ਉਹਨਾਂ ਦੇ ਕਿਹੜੇ ਬੰਦਿਆਂ ਦੇ ਫ੍ਰੈਕਚਰ ਹੋਏ, ਪਰ ਸਾਡੇ ਬੰਦਿਆਂ ਦੇ ਫ੍ਰੈਕਚਰ ਕਰਨ ਤੋਂ ਬਾਅਦ ਸਾਡੇ ਉੱਤੇ ਹੀ ਇਹ ਕਿਉਂ ਕੀਤਾ ਜਾ ਰਿਹਾ? ਗਵਰਨਰ ਸਾਹਿਬ ਕਿਉਂ ਪੰਜਾਬ ਦੇ ਉੱਤੇ ਪ੍ਰੈਸ਼ਰ ਦੇ ਰਹੇ ਹੈ? ਉਹ ਇੱਕੋ ਰੀਜ਼ਨ ਹੈ ਪ੍ਰੈਸ਼ਰ ਦੇਣ ਦਾ ਕਿ ਉਹ ਪਰੇਸ਼ਾਨ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਦੀ ਪੋਪੂਲੈਰਿਟੀ ਇੰਨੀ ਵੱਧਦੀ ਪਈ ਹੈ, ਔਰ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਨੂੰ ਲੋਕੀ ਪਸੰਦ ਕਰ ਰਹੇ। ਉਹ ਚਾਹੁੰਦੇ ਨਹੀਂ ਕਿ ਸਾਡੇ ਜਿਹੜੇ ਵੋਲੰਟੀਅਰਸ ਨੇ, ਸਾਡੇ ਜਿਹੜੇ ਲੀਡਰਸ ਨੇ, ਉਹਨਾਂ ਨੂੰ ਪੂਰੇ ਦੇਸ਼ ਤੱਕ ਮੈਸੇਜ ਪਹੁੰਚਾ ਸਕਣ। ਉਹ ਡੈਮੋਕ੍ਰੈਟਿਕ ਤਰੀਕੇ ਨਾਲ ਅਸੀਂ ਉੱਥੇ ਪ੍ਰੋਟੈਸਟ ਕਰ ਰਹੇ ਸੀ, ਪਰ ਸਾਡੇ ਉੱਤੇ ਜ਼ੋਰਦਾਰ ਡੰਡੇ ਬਰਸਾਏ ਗਏ, ਔਰ ਉੱਤੋਂ ਸਾਡੇ ਉੱਤੇ FIR ਲਾਂਚ ਕਰ ਦਿੱਤੀ ਗਈ, ਔਰ ਐਸੀ ਥਾਣੇ 'ਚ ਤੀਜੀ FIR ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਨੇ ਕੀਤੀ ਹੈ, ਔਰ ਜਿਹਦੀ ਅਸੀਂ ਨਿੰਦਾ ਵੀ ਕਰਦੇ ਹਾਂ। ਔਰ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਪੁੱਛਦੇ ਹਾਂ ਕਿ ਗੌਤਮ ਅਡਾਨੀ ਨੂੰ ਇੰਨੀ ਸੇਫਟੀ ਕਿਉਂ ਦਿੱਤੀ ਜਾ ਰਹੀ ਹੈ? ਇਹੋ ਜਿਹਾ ਕੀ ਕੀਤਾ ਗੌਤਮ ਅਡਾਨੀ ਨੂੰ? ਕਿਉਂ ਨਹੀਂ ਤੁਸੀਂ ਅਰੈਸਟ ਕਰਦੇ? ਲੋਕਾਂ ਨੇ LIC 'ਚ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ 'ਚ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹਦੀ ਡੁੱਬਣ ਦਾ ਖਤਰਾ ਕਿੰਨਾ ਵੱਧ ਚੁੱਕਿਆ, ਕਿਉਂਕਿ ਸਾਰੀ ਮੋਦੀ ਜੀ ਨੇ ਧੱਕਾ ਕਰਕੇ ਉਹਨਾਂ ਦੀ ਇਨਵੈਸਟਮੈਂਟ ਅਡਾਨੀ ਗਰੁੱਪ 'ਚ ਪਵਾਈ। ਹੁਣ ਅਡਾਨੀ ਗਰੁੱਪ ਦੇ ਸ਼ੇਅਰ ਜਿਸ ਹਿਸਾਬ ਨਾਲ ਗਿਰਦੇ ਪਏ ਨੇ, ਬਹੁਤ ਵੱਡੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਜਾ ਰਹੀ ਹੈ ਦੇਸ਼ ਦੇ ਅੰਦਰ ਗੌਤਮ ਅਡਾਨੀ ਕਰਕੇ। ਪਰ ਸਾਡੇ ਪ੍ਰਧਾਨ ਮੰਤਰੀ ਜੀ ਤੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ, ਔਰ ਅੱਜ ਅਸੀਂ ਐਸੀ ਚੀਜ਼ ਦੇ ਅਗੇਂਸਟ ਅੱਜ ਅਸੀਂ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਪਰਸੋਂ, ਉਹਦੇ ਅਗੇਂਸਟ ਸਾਡੇ ਕਈ ਵੋਲੰਟੀਅਰਸ ਇੰਜਰ ਹੋਏ ਨੇ। 22 ਤਾਂ ਔਨ ਰਿਕਾਰਡ ਹੈ, ਹੋਰ ਵੀ ਕਾਫੀ ਲੋਕਾਂ ਨੂੰ ਸੱਟਾਂ ਵੱਜੀਆਂ, ਡੰਡੇ ਤੁਹਾਡੇ ਕੈਮਰੇ 'ਚ ਰਿਕਾਰਡ ਹੋਏ ਨੇ। ਅਸੀਂ ਇਹਦੇ ਅਗੇਂਸਟ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਗਵਰਨਰ ਸਾਹਿਬ ਜਿਹੜੇ ਕਹਿੰਦੇ ਵੀ ਮਿਰਰ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ ਆ, ਪਰਦੇ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ, ਅਸੀਂ ਉਹਨੇ ਨਿੰਦਾ ਕਰਦੇ ਹਾਂ ਤੇ ਕਹਿੰਦੇ ਹਾਂ
ਕਿ ਇਹੋ ਜਿਹੇ ਗਵਰਨਰਸ ਨੂੰ ਰਿਪਲੇਸ ਕਰਨਾ ਚਾਹੀਦਾ ਹੈ ਜਿਹੜੇ ਕਿ ਪੰਜਾਬ ਦੀ ਡੈਮੋਕ੍ਰੇਸੀ ਲਈ ਖਤਰਾ ਬਣ ਕੇ ਅੱਗੇ ਆਏ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹਦੇ ਆ ਵੇਖੋ ਸਾਡੇ ਇਸੇ ਤਰੀਕੇ ਨਾਲ ਲੇਡੀਜ਼ ਵਿੰਗ ਦੇ ਸਾਡੇ ਪ੍ਰਧਾਨ ਹੈ, ਅੱਜ ਉਹ ਆ ਹੀ ਨਹੀਂ ਸਕੇ ਇਸ ਪ੍ਰੈਸ ਕਾਨਫਰੰਸ ਕਿਉਂਕਿ ਉਹਨਾਂ ਦੇ ਫ੍ਰੈਕਚਰ ਕੀਤੇ ਗਏ ਲੱਤਾਂ ਬਾਹਾਂ ਤੇ। ਔਰ ਲੇਡੀਜ਼ ਤੇ ਇਸ ਤਰ੍ਹਾਂ ਦਾ ਅਤਿਆਚਾਰ, ਇਹ ਡੈਮੋਕ੍ਰੇਸੀ ਹੈ? ਆ ਦੇਖੋ ਗਵਰਨਰ ਸਾਹਿਬ ਇੱਕ ਸਵਾਲ ਖੜਾ ਕਰ ਰਿਹਾ, ਆਖਿਆ ਜੀ ਐਡਵਰਟਾਈਜ਼ਮੈਂਟ ਦਾ ਮੈਨੂੰ ਜਿਹੜਾ ਹੈਗਾ ਆ ਵੇਰਵਾ ਦਿੱਤਾ ਜਾਵੇ। ਆ ਉੱਤਰ ਪ੍ਰਦੇਸ਼ ਦੀ ਐਡਵਰਟਾਈਜ਼ਮੈਂਟ ਹੈ, ਯੂਪੀ ਸਰਕਾਰ ਦੀ ਪੰਜਾਬ 'ਚ ਆ 2 ਦਿਨ ਪਹਿਲਾਂ ਦੀ। ਕਿਆ ਯੂਪੀ ਦੇ ਗਵਰਨਰ ਨੇ ਭਾਜਪਾ ਸਰਕਾਰ ਤੋਂ ਪੁੱਛਿਆ ਸਾਹਿਬ ਕਦੀ? ਇਹ ਦੋਹਰਾ ਮਾਪਦੰਡ ਨਹੀਂ ਹੈ, ਇਹ ਦੋਗਲਾ ਮਾਪਦੰਡ ਨਹੀਂ ਹੈ। ਔਰ ਇੱਕ ਮੇਰਾ ਲਾਸਟ ਸਵਾਲ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਹੈ ਪੰਜਾਬ ਦੀਆਂ ਨੂੰ, ਖਾਸ ਕਰ ਅਕਾਲੀ ਦਲ ਬਾਦਲ ਸਾਹਿਬ ਨੂੰ, ਕਿ ਜਿਹੜਾ ਅਕਾਲੀ ਦਲ ਦਾ ਜਨਮ ਫੈਡਰਲ ਸਟਰਕਚਰ ਵਾਸਤੇ ਰਾਜਾਂ ਦੇ ਵੱਧ ਅਧਿਕਾਰਾਂ ਲਈ ਹੋਇਆ ਸੀ ਔਰ ਇਸ ਟਾਈਮ ਉਹ ਵੀ ਗਵਰਨਰ ਦਾ ਸਾਥ ਦੇ ਰਿਹਾ ਹੈ। ਪੰਜਾਬ ਦੇ ਲੋਕ ਇਹਨਾਂ ਨੂੰ ਜਵਾਬ ਦੇਣਗੇ। ਇਹ ਹਾਲਾਤ ਬਣ ਗਏ ਕਿ ਗਵਰਨਰ, ਕਿਆ ਪੰਜਾਬ ਦੀਆਂ ਆਪੋਜੀਸ਼ਨ ਪਾਰਟੀਆਂ ਚਾਹੁੰਦੀਆਂ ਕਿ ਗਵਰਨਰ ਰੂਲ ਕਰਨ ਇਸ ਮੁਲਕ ਤੇ? ਕਿਆ ਡੈਮੋਕ੍ਰੇਸੀ ਦਾ ਕੋਈ ਮਹੱਤਵ ਨਹੀਂ ਉਹਨਾਂ ਵਾਸਤੇ? ਕਿਆ ਆਜ਼ਾਦੀ ਉਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ? ਕਿਆ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਕਨਸਟੀਟਿਊਸ਼ਨਲ ਸਪਿਰਿਟ ਹੈ, ਕਨਸਟੀਟਿਊਸ਼ਨ ਹੈ, ਉਹਨਾਂ ਵਾਸਤੇ ਕੋਈ ਇੰਪੋਰਟੈਂਸ ਨਹੀਂ ਰੱਖਦੀ? ਇਹਨਾਂ ਨੂੰ ਵੀ ਜਵਾਬ ਦੇਣਾ ਪਊਗਾ। ਇਸ ਕਰਕੇ ਲਾਸਟ ਮੈਂ ਸਮ ਅਪ ਕਰ ਰਿਹਾ ਲਾਸਟ, ਇਸ ਕਰਕੇ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ, ਗਵਰਨਰ ਸਾਹਿਬ ਦਾ ਜਿਹੜੀ ਉਹਨਾਂ ਦੀ ਮਰਿਆਦਾ ਹੈ ਆਫਿਸ ਦੀ, ਉਹ ਮਰਿਆਦਾ ਔਰ ਡੈਕੋਰਮ ਬਣਾ ਕੇ ਰੱਖਣ। ਇਸੇ ਤਰੀਕੇ ਨਾਲ ਡੈਮੋਕ੍ਰੇਸੀ ਸਰਕਾਰਾਂ ਨਹੀਂ ਚੱਲਦੀਆਂ, ਇਸ ਤਰ੍ਹਾਂ ਦੀ ਇੰਟਰਫੇਰੈਂਸ ਦੀ ਬਰਦਾਸ਼ਤ ਬਿਲਕੁਲ ਨਹੀਂ ਕਰਨੀ।